Good morning, student. Most welcome in our online classes. Today, your EVS class. Open your book, page number 26, chapter number 5. Learning while playing. Once again, open your book, page number 26, chapter 5. Learning while playing. According to ਚੈਪਟਰ ਦੇ ਅਨੁਸਾਰ ਰਾਈਟਰ ਕਹਿੰਦਾ ਜੋ ਅਸੀਂ ਲਰਨ ਕਰਦੇ ਹਾਂ ਉਹ ਜ਼ਰੂਰੀ ਨਹੀਂ ਅਸੀਂ ਸਟ੍ਰੈਸ ਮਾਈਂਡ ਦੇ ਨਾਲ ਹੀ ਲਰਨ ਕਰਨਾ ਹੁੰਦਾ। ਐਜ਼ ਆ ਪਲੇਇੰਗ ਵੀ ਅਸੀਂ ਬਹੁਤ ਕੁਝ ਲਰਨ ਕਰਦੇ ਹਾਂ। ਗੇਮ ਦੇ ਵਿੱਚ ਵੀ ਅਸੀਂ ਬਹੁਤ ਕੁਝ ਸਿੱਖ ਜਾਂਦੇ ਹਾਂ ਜੋ ਅਸੀਂ ਚੈਪਟਰ ਦੇ ਵਿੱਚ ਦੇਖਾਂਗੇ। ਲਰਨ ਦੇ ਨਾਲ ਅਸੀਂ ਖੇਡਣ ਦੇ ਨਾਲ ਯਾਦ ਕਰਨ ਦੇ ਨਾਲ ਅਸੀਂ ਖੇਡਣਾ ਸਿੱਖ ਜਾਂਦੇ ਹਾਂ ਅਤੇ ਖੇਡਣ ਦੇ ਨਾਲ ਅਸੀਂ ਬਹੁਤ ਕੁਝ ਲਾਈਫ ਦੇ ਵਿੱਚ ਸਿੱਖ ਜਾਂਦੇ ਹਾਂ। ਔਰ ਵਨ ਇਜ਼ ਦੀ ਮੋਸਟ ਇੰਪੋਰਟੈਂਟ ਥਿੰਗ ਇਜ਼ ਫਸਟ ਆਫ ਆਲ you have too much need of EVS book or notebook because without book you can't understand the lesson and without notebook you can't imagine of the back exercise। ਸਟੂਡੈਂਟ ਤੁਹਾਡੇ ਕੋਲ EVS ਦੀ ਬੁੱਕ ਅਤੇ ਨੋਟਬੁੱਕ ਹੋਣਾ ਬਹੁਤ ਜ਼ਿਆਦਾ ਕੰਪਲਸਰੀ ਹੈ ਕਿਉਂਕਿ EVS ਦੀ ਬੁੱਕ ਤੋਂ ਬਿਨਾਂ ਤੁਸੀਂ ਲੈਸਨ ਨਹੀਂ ਸਮਝ ਸਕੋਗੇ ਔਰ ਜੋ ਨੋਟਬੁੱਕ ਤੋਂ ਬਿਨਾਂ ਤੁਸੀਂ ਬੈਕ ਐਕਸਰਸਾਈਜ਼ ਨਹੀਂ ਕਰ ਸਕੋਗੇ। ਥਰਡ ਮੋਸਟ ਇੰਪੋਰਟੈਂਟ ਥਿੰਗ ਇਜ਼ PDF ਦੇ ਬਿਨਾਂ ਵੀ ਤੁਸੀਂ ਆਪਣੀ ਪੂਰਾ ਲੈਸਨ ਆ ਜੋ ਉਹਨੂੰ ਫੁੱਲੀ ਕੰਪਲੀਟ ਨਹੀਂ ਕਰ ਸਕੋਗੇ। PDF ਹੋਣਾ ਵੀ ਕੰਪਲਸਰੀ ਹੈ। PDF ਜੋ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਦੇ ਦਿੱਤੀ ਜਾਵੇਗੀ। ਸੋ ਲੈਟਸ ਸਟਾਰਟ ਅ ਲੈਸਨ। Today's Sandeep's birthday and his parents have gone to the bazaar to buy a cake। ਸੋ ਫਸਟ ਆਫ ਆਲ ਮੈਂ ਤੁਹਾਨੂੰ ਇਸ ਲੈਸਨ ਦੀ ਜੋ ਸਟੋਰੀ ਦੱਸਦੀ ਹਾਂ। ਲੈਸਨ ਦੀ ਸਟੋਰੀ ਦੇ ਵਿੱਚ ਇਹਨਾਂ ਨੇ ਇਹ ਦੱਸਿਆ ਕਿ ਸੰਦੀਪ ਨਾਮ ਦਾ ਇੱਕ ਬੱਚਾ ਤਾਂ ਉਹਦਾ ਬਰਥਡੇ ਹੈਗਾ। ਉਹ ਆਪਣਾ ਬਰਥਡੇ ਸੈਲੀਬ੍ਰੇਟ ਕਰਨਾ ਚਾਹੁੰਦਾ। ਬਹੁਤ ਸਾਰੇ ਫਰੈਂਡਸ ਹੈਗੇ ਜੋ ਉਹਦੇ ਬਰਥਡੇ 'ਤੇ ਆਉਂਦੇ ਆ ਤਾਂ ਬਰਥਡੇ ਆਪਣਾ ਸੈਲੀਬ੍ਰੇਟ ਕਰਦਾ। ਤਾਂ ਉਹ ਦੇਖਦਾ ਕਿ ਜੋ ਮੇਰੇ ਫਰੈਂਡਸ ਆ ਉਹ ਹੋਮ ਮੇਕ ਜਾਂ ਫਿਰ ਆਪਣੀ ਆਰਟ ਦੇ ਨਾਲ ਕਈ ਥਿੰਗਸ ਬਣਾ ਕੇ ਲੈ ਕੇ ਆਉਂਦੇ ਆ। ਤਾਂ ਉਹ ਦੇਖਦੇ ਆ ਕਿ ਉਹਦੇ ਦਾਦਾ ਜੀ ਦੇਖਦੇ ਆ, ਸੰਦੀਪ ਦੇ ਦਾਦਾ ਜੀ ਦੇਖਦੇ ਆ ਕਿ ਜੋ ਬੱਚੇ ਇੱਦਾਂ ਦੀਆਂ ਚੀਜ਼ਾਂ ਬਣਾ ਕੇ ਲੈ ਕੇ ਆਏ ਆ ਉਹ ਉਹਨਾਂ ਦਾ ਆਪਣਾ ਸ਼ੌਂਕ ਹੈ, ਨਾ ਕਿ ਉਹਨਾਂ ਨੇ ਇਹ ਚੀਜ਼ਾਂ ਬਾਈ ਕੀਤੀਆਂ ਖਰੀਦੀਆਂ ਨਹੀਂ ਆ। ਸੰਦੀਪ ਦੇ ਦਾਦਾ ਜੀ ਦੱਸਦੇ ਆ ਕਿ ਅਸੀਂ ਓਲਡ ਟਾਈਮ ਦੇ ਵਿੱਚ ਸਾਡੇ ਵੀ ਬਹੁਤ ਜ਼ਿਆਦਾ ਸ਼ੌਂਕ ਸੀ। ਜਿਵੇਂ ਕਿ ਓਲਡ ਟਾਈਮ ਦੇ ਵਿੱਚ ਪੇਂਟਿੰਗ ਨਹੀਂ ਸੀ, ਅਸੀਂ ਫਰੀ ਟਾਈਮ ਦੇ ਵਿੱਚ ਰੈਸਲਿੰਗ ਕਰਦੇ ਸੀ, ਅਸੀਂ ਸਪੋਰਟਸ ਦੇ ਵਿੱਚ ਚਲੇ ਜਾਂਦੇ ਸੀ, ਅਸੀਂ ਜੋ ਬਾਜੀ ਸੀ ਉਹਨੂੰ ਸੀਨ ਕਰਦੇ ਸੀ। ਖੇਡ ਮੇਲੇ ਦੇ ਵਿੱਚ ਖੇਡਾਂ ਦੇ ਵਿੱਚ ਅਸੀਂ ਬਹੁਤ ਕੁਝ ਸਿੱਖ ਜਾਂਦੇ ਸੀ। ਅਤੇ ਸੰਦੀਪ ਕਹਿੰਦਾ ਗ੍ਰੈਂਡਫਾਦਰ ਜੋ ਤੁਸੀਂ ਦੱਸ ਰਹੇ ਹੋ ਇੱਦਾਂ ਦੀਆਂ ਚੀਜ਼ਾਂ ਹੁਣ ਸਾਡੇ ਸਕੂਲਾਂ ਦੇ ਵਿੱਚ ਆ ਗਈਆਂ। ਅਸੀਂ ਸਕੂਲ ਦੇ ਵਿੱਚ ਐਜ਼ ਅ ਲਿਮਿਟ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲਰਨ ਕਰਦੇ ਹਾਂ ਜੋ ਤੁਸੀਂ ਓਪਨ ਟਾਈਮ ਦੇ ਵਿੱਚ ਕਰਦੇ ਸੀ। ਸੋ ਸਟੂਡੈਂਟ ਸਟੋਰੀ ਦੇਖਦੇ ਹਾਂ ਜੀ ਅਸੀਂ। ਸੰਦੀਪ ਦਾ ਬਰਥਡੇ ਹੈ ਅਤੇ ਉਹਨੇ ਕੀ ਕੀਤਾ, ਬਾਜ਼ਾਰ ਦੇ ਵਿੱਚੋਂ ਕੇਕ ਬਾਈ ਕੀਤਾ, ਖਰੀਦਿਆ। ਸੰਦੀਪ ਵਾਜ਼ ਵੇਟਿੰਗ ਫॉर ਹਿਜ਼ ਫਰੈਂਡਸ ਅਲੋਂਗ ਵਿਦ ਹਿਜ਼ ਗ੍ਰੈਂਡਫਾਦਰ। ਸੰਦੀਪ ਆਪਣੇ ਦਾਦਾ ਜੀ ਦੇ ਨਾਲ ਸਾਰੇ ਫਰੈਂਡਸ ਦੀ ਉਡੀਕ ਕਰ ਰਿਹਾ ਸੀ। ਇਨ ਮੀਨ ਟਾਈਮ ਹਿਜ਼ ਫਰੈਂਡ ਐਸ਼ਰਫ ਕੇਨ। ਕੁਝ ਸਮੇਂ ਬਾਅਦ ਐਸ਼ਰਮ ਫਰੈਂਡ ਹੈ ਜੋ ਉਸਦਾ ਆਇਆ। ਹੀ ਬਰਾਊਟ ਅ ਬਿਊਟੀਫੁਲ ਪਿਕਚਰ ਐਜ਼ ਅ ਗਿਫਟ। ਉਹਨੇ ਗਿਫਟ ਦੇ ਤੌਰ 'ਤੇ ਇੱਕ ਸੁੰਦਰ ਪਿਕਚਰ ਖਰੀਦੀ। ਐਸ਼ਰਫ ਟੋਲਡ ਗ੍ਰੈਂਡਫਾਦਰ ਦੈਟ ਹੀ ਵਾਜ਼ ਫਾਊਂਡ ਆਫ ਪੇਂਟਿੰਗ। ਐਸ਼ਰਫ ਨੇ ਕਿਹਾ ਕਿ ਸੰਦੀਪ ਦੇ ਦਾਦਾ ਜੀ ਨੂੰ ਕਿਹਾ, ਦਾਦਾ ਜੀ ਮੈਂ ਉਹਦਾ ਪੇਂਟਿੰਗ ਦਾ ਬਹੁਤ ਜ਼ਿਆਦਾ ਸ਼ੌਕੀਨ ਹਾਂ। ਫਾਊਂਡ ਆਫ ਮੀਨਸ ਸ਼ੌਕੀਨ ਹੋਣਾ ਕਿਸੇ ਚੀਜ਼ ਦਾ। ਹੀ ਸਪੈਂਡਸ ਹਿਜ਼ ਫਰੀ ਟਾਈਮ ਇਨ ਆ ਮੇਕਿੰਗ ਪਿਕਚਰਸ। ਉਹ ਆਪਣਾ ਪੂਰਾ ਫਰੀ ਟਾਈਮ ਮੈਂ ਕਾਹਦੇ 'ਤੇ ਸਪੈਂਡ ਕਰਦਾ, ਮੇਕਿੰਗ ਪਿਕਚਰਸ 'ਤੇ ਸਪੈਂਡ ਕਰਦਾ, ਬਤੀਤ ਕਰਦਾ। ਦ ਗ੍ਰੈਂਡਫਾਦਰ ਬਿਕਮ ਵੈਰੀ ਹੈਪੀ। ਗ੍ਰੈਂਡਫਾਦਰ ਸੀ ਬਹੁਤ ਜ਼ਿਆਦਾ ਖੁਸ਼ ਹੋਏ। ਸੰਦੀਪਸ ਅਦਰ ਫਰੈਂਡ ਹਰਜੀਤ। ਸੰਦੀਪ ਦਾ ਜੋ ਅਦਰ ਫਰੈਂਡ ਸੀਗਾ ਹਰਜੀਤ ਸੀ ਉਹ ਵੀ ਆਇਆ। ਸੈਮੂਅਲ ਐਂਡ ਸੁਨੀਲ ਆਲਸੋ ਕੇਮ। ਸੈਮੂਅਲ ਅਤੇ ਸੁਨੀਲ ਵੀ ਉਸੇ ਸਮੇਂ ਆ ਗਏ। ਦ ਗ੍ਰੈਂਡਫਾਦਰ ਵਾਂਟਡ ਟੂ ਨੋ ਹਾਊ ਦੀ ਚਿਲਡਰਨ ਸਪੈਂਡ ਦੇਅਰ ਫਰੀ ਟਾਈਮ। ਜੋ ਦਾਦਾ ਜੀ ਸੀ ਉਹ ਇਹ ਦੇਖਣਾ ਚਾਹੁੰਦੇ ਸੀ ਕਿ ਅੱਜ ਕੱਲ੍ਹ ਦੇ ਜੋ ਬੱਚੇ ਆ ਉਹ ਆਪਣੇ ਫਰੀ ਟਾਈਮ ਕਿੱਦਾਂ ਬਤੀਤ ਕਰਦੇ ਆ। ਗ੍ਰੈਂਡਫਾਦਰ ਕਹਿੰਦੇ ਡੀਅਰ ਚਿਲਡਰਨ, ਪਿਆਰੇ ਬੱਚਿਓ, ਐਸ਼ਰਫ ਸਪੈਂਡ ਹਿਜ਼ ਫਰੀ ਟਾਈਮ ਵੈਰੀ ਵੈਲ। ਜੋ ਐਸ਼ਰਫ ਆ ਉਹਨੇ ਆਪਣਾ ਜੋ ਫਰੀ ਟਾਈਮ ਆ ਉਹ ਸਪੈਂਡ ਕੀਤਾ ਵੈਰੀ ਵੈਲ, ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਆਪਣਾ ਟਾਈਮ ਸਪੈਂਡ ਕੀਤਾ। ਟੈਲ ਮੀ, ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਵਟ ਡੂ ਯੂ ਨੋ ਇਨ ਯੂਰ ਫਰੀ ਟਾਈਮ। ਸੁਨੀਲ ਗ੍ਰੈਂਡਫਾਦਰ ਆਈ ਲਵ ਫਲਾਵਰਸ। ਗ੍ਰੈਂਡਫਾਦਰ ਮੈਨੂੰ ਫਲਾਵਰਸ ਦੇ ਨਾਲ ਬਹੁਤ ਲਵ ਹੈ। ਆਈ ਲੁੱਕ ਆਫਟਰ ਮਾਈ ਗਾਰਡਨ ਐਟ ਹੋਮ। ਮੈਂ ਘਰ ਦੇ ਵਿੱਚ ਆਪਣੇ ਗਾਰਡਨ ਨੂੰ ਬਹੁਤ ਜ਼ਿਆਦਾ ਕੇਅਰ ਕਰਦਾ ਹਾਂ, ਦੇਖਦਾ ਹਾਂ। ਹਰਜੀਤ ਗ੍ਰੈਂਡਫਾਦਰ ਆਈ ਫਾਊਂਡ ਆਫ ਦੀ ਪਲੇਇੰਗ ਕਬੱਡੀ ਲਾਈਕ ਸੰਦੀਪ। ਹਰਜੀਤ ਕਹਿੰਦਾ ਗ੍ਰੈਂਡਫਾਦਰ ਮੈਨੂੰ ਵੀ ਸੰਦੀਪ ਦੀ ਤਰ੍ਹਾਂ ਕਬੱਡੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਗ੍ਰੈਂਡਫਾਦਰ ਸਨ ਪੁੱਤਰ ਵਨ ਮਸਟ ਹੈਵ ਅ ਪ੍ਰੈਕਟਿਸ ਆਫ ਅ ਲੌਂਗ ਹੈਲਥ ਅਲੋਂਗ ਵਿਦ ਆ ਸਟਰੈਂਥ ਐਂਡ ਐਕਟਿਵਨੈਸ ਟੂ ਪਲੇ ਕਬੱਡੀ।
ਦਾਦਾ ਜੀ ਕਹਿੰਦੇ ਜੇਕਰ ਤੁਸੀਂ ਆਪਣੀ ਸਿਹਤ ਨੂੰ ਐਕਟਿਵਨੈਸ ਰੱਖਣਾ ਚਾਹੁੰਦੇ ਹੋ, ਐਕਟਿਵ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਲੇਇੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਕਬੱਡੀ ਹੈ ਜਿਹੜੀ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਤੁਹਾਡੇ ਜੋ ਸਾਹ ਨੂੰ ਜਾਂ ਫਿਰ ਤੁਹਾਡੀ ਬੋਡੀ ਨੂੰ ਲੰਬੇ ਸਮੇਂ ਤੱਕ ਕੀ ਰੱਖਦੀ ਹੈ, ਹੈਲਥੀ ਰੱਖਦੀ ਹੈ। ਸੋ ਯੂ ਸ਼ੁੱਡ ਪ੍ਰੈਕਟਿਸ ਯੋਗਾ ਐਂਡ ਪ੍ਰਾਣਾਯਾਮ। ਤੁਹਾਨੂੰ ਯੋਗਾ ਐਂਡ ਪ੍ਰਾਣਾਯਾਮ ਦੀ ਵੀ ਕੀ ਕਰਨੀ ਚਾਹੀਦੀ ਹੈ ਜੀ, ਕਸਰਤ ਚਾਹੀਦੀ ਹੈ, ਅਲੋਂਗ ਵਿਦ ਐਕਸਰਸਾਈਜ਼, ਨਾਲ ਨਾਲ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਇਟ ਇਜ਼ ਵੈਰੀ ਯੂਜ਼ਫੁਲ ਹੋਲਡ ਬਰੀਥ ਫॉर ਅਲੋਂਗ। ਯੋਗਾ ਤੁਹਾਡੇ ਸਾਹ ਲੰਬੇ ਸਾਹ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਫਾਈਨਲੀ ਸੁਮਿਲ ਨੇ ਕਿਹਾ that he played video games and chess in his free time। ਸੰਦੀਪ ਕਹਿੰਦੇ ਮੈਂ ਫ੍ਰੀ ਟਾਈਮ ਦੇ ਵਿੱਚ ਵੀਡੀਓ ਚੈਸ ਗੇਮ ਖੇਡਦਾ ਹਾਂ। grandfather advises Samuel and playing a lot video game can a weakness of your eyesight। ਦਾਦਾ ਜੀ ਨੇ ਕਿਹਾ ਜੋ ਵੀਡੀਓ ਗੇਮਸ ਹੈ ਤੁਹਾਡੀਆਂ ਆਈਜ਼ ਨੂੰ ਕੀ ਕਰ ਦਿੰਦੀ ਹੈ, ਆਈਸਾਈਟ ਨੂੰ ਕੀ ਕਰ ਦਿੰਦੀ ਹੈ, ਵੀਕ ਕਰ ਦਿੰਦੀ ਹੈ, ਤੁਹਾਡੀ ਨਜ਼ਰ ਦੀ ਦ੍ਰਿਸ਼ਟੀ ਨੂੰ ਕਮਜ਼ੋਰ ਕਰ ਦਿੰਦੀ ਹੈ। when children asked grandfather about his childhood। ਜਦੋਂ ਦਾਦਾ ਜੀ ਬੱਚਿਆਂ ਨੂੰ ਉਹਨਾਂ ਦੇ ਬਚਪਨ ਦੇ ਬਾਰੇ ਪੁੱਛ ਰਿਹਾ ਸੀ ਤਾਂ ਉਸਨੇ ਦੱਸਿਆ ਉਸਨੇ ਦੱਸਿਆ ਇਨ ਆਵਰ ਚਾਈਲਡਹੁੱਡ ਵੀ ਹੈਡ ਨੋ ਟੈਲੀਵਿਜ਼ਨ ਔਰ ਵੀਡੀਓ ਗੇਮਸ ਆਰ ਯੂ ਹੈਵ। ਦਾਦਾ ਜੀ ਕਹਿੰਦੇ ਜਦੋਂ ਮੇਰਾ ਬਚਪਨ ਸੀ, ਮੇਰੇ ਬਚਪਨ ਦੇ ਵਿੱਚ ਮੇਰੇ ਕੋਲ ਕੋਈ ਵੀ ਟੈਲੀਵਿਜ਼ਨ ਜਾਂ ਫਿਰ ਵੀਡੀਓ ਗੇਮ ਨਹੀਂ ਸੀ ਜਿਵੇਂ ਕਿ ਤੁਹਾਡੇ ਕੋਲ ਹੈਗੀ ਆ, ਯੂ ਹੈਵ, ਤੁਹਾਡੇ ਕੋਲ ਇੱਦਾਂ ਦਾ ਨਹੀਂ ਸੀ। ਸਿੰਸ ਮਾਈ ਚਾਈਲਡਹੁੱਡ ਆਈ ਲਵਡ ਰੈਸਲਿੰਗ। ਜਦੋਂ ਮੈਂ ਬਚਪਨ ਦੇ ਵਿੱਚ ਸੀ ਤਾਂ ਮੈਂ ਰੈਸਲਿੰਗ ਨੂੰ ਬਹੁਤ ਜ਼ਿਆਦਾ ਲਵ ਕਰਦਾ ਸੀ। ਆਈ ਸਪੈਂਡ ਮੋਸਟ ਆਫ ਟਾਈਮ ਇਨ ਕੁਸ਼ਤੀ ਅਖਾੜਾ ਪ੍ਰੈਕਟਿਸ ਰੈਸਲਿੰਗ। ਮੈਂ ਮੋਸਟਲੀ ਆਪਣਾ ਟਾਈਮ ਕੁਸ਼ਤੀ ਅਖਾੜਾ ਅਤੇ ਰੈਸਲਿੰਗ ਦੇ ਵਿੱਚ ਹੀ ਬਤੀਤ ਕਰਦਾ ਸੀ। ਅਨਲਾਈਕ ਟੂਡੇ ਰੈਸਲਿੰਗ ਮੈਚਸ ਵਰ ਨਾਟ ਪਲੇਡ ਔਨ ਦੀ ਮੈਟਰਸਟ ਬਟ ਨਾਟ ਸੌਫਟ ਪਲਫਡ ਸੋਇਲ। ਦਾਦਾ ਜੀ ਕਹਿੰਦੇ ਜੋ ਅੱਜ ਦਾ ਸਮਾਂ ਦੇ ਵਿੱਚ ਰੈਸਲਿੰਗ ਆ ਉਹ ਵੱਡੇ ਪੱਧਰ 'ਤੇ ਨਹੀਂ ਖੇਡੀ ਜਾਂਦੀ, ਇਹ ਇੱਕ ਪਲਫਡ ਸੋਇਲ ਦੇ ਵਿੱਚ, ਪੋਲੀ ਰੇਤੇ ਦੇ ਵਿੱਚ, ਪੋਲੀ ਜ਼ਮੀਨ ਦੇ ਵਿੱਚ ਖੇਡੀ ਜਾਂਦੀ ਹੈ। ਪਹਿਲਾਂ ਵਾਂਗ ਮੈਟਰਸਟ ਨਹੀਂ ਖੇਡੀ ਜਾਂਦੀ। ਸਮਟਾਈਮਸ ਬਾਜ਼ੀਗਰ ਯੂਜ਼ਡ ਟੂ ਕਮ ਇਨ ਦ ਵਿਲੇਜ। ਕਹਿੰਦੇ ਪਹਿਲਾਂ ਦੇ ਸਮੇਂ ਇੱਦਾਂ ਦੇ ਸੀ ਬਾਜ਼ੀਗਰ ਸਾਡੇ ਪਿੰਡ ਦੇ ਵਿੱਚ ਆਉਂਦੇ ਸੀ। ਦ ਟ੍ਰਿਕਸ ਪਲੇਡ ਇਨ ਬਾਈ ਦੈਮ, ਉਹਨਾਂ ਦੇ ਦੁਆਰਾ ਕਿ ਟ੍ਰਿਕਸ ਖੇਡੀਆਂ ਜਾਂਦੀਆਂ ਸਨ। ਵਰ ਸੋਰਸ ਆਫ ਦੀ ਇੰਟਰਟੇਨਮੈਂਟ ਇਨ ਦੀ ਵਿਲੇਜ। ਇਹ ਇੱਕ ਇੰਟਰਟੇਨਮੈਂਟ ਦਾ ਮਨੋਰੰਜਨ ਦਾ ਸਾਧਨ ਸੀ ਕਿ ਬਾਜ਼ੀਗਰ ਪਿੰਡ ਦੇ ਵਿੱਚ ਆਉਂਦੇ ਸੀ ਅਤੇ ਉਹ ਬਾਜੀ ਪਾਉਂਦੇ ਸੀ, ਅਸੀਂ ਉਸ ਚੀਜ਼ ਨੂੰ ਸੀਨ ਆਊਟ ਕਰਦੇ ਸੀ। ਅਸ਼ਰਫ ਸੈਡ ਆਈ ਹੈਵ ਨੈਵਰ ਸੀਨ ਦੀ ਬਾਜੀ। ਅਸ਼ਰਫ ਕਹਿੰਦਾ ਮੈਂ ਕਦੇ ਵੀ ਬਾਜੀ ਨਹੀਂ ਦੇਖੀ। ਹਾਊ ਇਜ਼ ਇਟ ਲਾਈਕ, ਇਹ ਕਿਸ ਤਰ੍ਹਾਂ ਦੀ ਹੁੰਦੀ ਹੈ। grandfather told him yes ਬਾਜੀ hardly could be seen nowadays। ਕਹਿੰਦੇ ਹਾਂ ਬਾਜੀ ਅੱਜ ਦੇ ਦਿਨਾਂ ਵਿੱਚ ਦੇਖਣ ਨੂੰ ਨਹੀਂ ਮਿਲਦੀ। ਅਨਾਊਂਸਮੈਂਟ ਵਾਰ ਮੇਡ ਇਨ ਦੀ ਐਡਵਾਂਸ ਇਨ ਦੀ ਵਿਲੇਜ ਵੇਅਰ ਦੀ ਐਕਰੋਬੈਟਿਕ ਸਕਿੱਲਸ ਵਾ ਟੂ ਬੀ ਆ ਪਰਫਾਰਮਰ। ਦਾਦਾ ਜੀ ਕਹਿੰਦੇ ਜੇਕਰ ਹੁਣ ਪਿੰਡਾਂ ਦੇ ਵਿੱਚ ਬਾਜੀ ਖੇਡਣ ਲਈ ਆਉਂਦੇ ਆ ਤਾਂ ਪਹਿਲਾਂ ਕੀ ਕੀਤੀ ਜਾਂਦੀ, ਉਸ ਚੀਜ਼ ਦੀ ਅਨਾਊਂਸਮੈਂਟ ਕੀਤੀ ਜਾਂਦੀ ਆ। ਔਨ ਦੀ ਪਾਰਟੀਕੂਲਰ ਡੇਜ਼ ਅਕਰੈਪਟਡ ਯੂਜ਼ਰ ਟੂ ਸਲੋ ਦੇਅਰ ਟ੍ਰਿਕਸ ਵੈਰੀ ਕਾਲਡ ਬਾਜੀ। ਪਰ ਅੱਜ ਦੇ ਸਮੇਂ ਦੇ ਵਿੱਚ ਜੋ ਪਾਰਟੀਕੂਲਰ ਜੋ ਟਾਈਮ ਚੱਲ ਰਿਹਾ ਉਹਦੇ ਵਿੱਚ ਜੋ ਕੋਈ ਛੋਟੀ ਮੋਟੀ ਟ੍ਰਿਕ ਦਿਖਾਉਂਦਾ ਉਸ ਨੂੰ ਕੀ ਬਾਜੀ ਕਿਹਾ ਜਾਂਦਾ। ਪਰੰਤੂ ਪੁਰਾਤਨ ਬਾਜੀਆਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਨਹੀਂ ਦੇਖਦੇ। ਪੀਪਲ ਵਰ ਨੇਬਰਿੰਗ ਵਿਲੇਜ ਯੂਜ਼ਰ ਟੂ ਗੈਦਰ ਇਨ ਦੀ ਲਾਰਜ ਨੰਬਰ ਟੂ ਵਾਚ ਦੀ ਬਾਜੀ। ਜੋ ਸਾਡੇ ਟਾਈਮ ਦੇ ਵਿੱਚ ਬਾਜੀਆਂ ਹੁੰਦੀਆਂ ਸੀ ਤਾਂ ਆਂਢ ਗੁਆਂਢ ਦੇ ਪਿੰਡਾਂ ਦੇ ਨੇਬਰ ਨੇੜੇ ਦੇ ਗੁਆਂਢੀ ਪਿੰਡ ਸੀਗੇ ਉਹ ਬਹੁਤ ਜ਼ਿਆਦਾ ਲੰਬੇ ਇਕੱਠ ਦੇ ਵਿੱਚ ਇਕੱਠੇ ਹੋ ਜਾਂਦੇ ਸੀ ਉਸ ਚੀਜ਼ ਨੂੰ ਦੇਖਦੇ ਸੀ। ਸੰਦੀਪ ਆਸਕਡ ਕ੍ਰੋਸਲੀ। ਸੰਦੀਪ ਬੜਾ ਉਤਸੁਕ ਹੋ ਰਿਹਾ ਸੀ ਦਾਦਾ ਜੀ ਦੀਆਂ ਗੱਲਾਂ ਸੁਣ ਕੇ। ਵਟ ਵੁੱਡ ਦੀਜ਼ ਬਾਜੀਗਰਸ ਯੂਜ਼ ਟੂ ਸ਼ੋ। ਸੰਦੀਪ ਕਹਿੰਦਾ ਕਿ ਬਾਜੀਗਰ ਸੀ ਜਿਹੜੇ ਉਹ ਕੀ ਸ਼ੋਅ ਕਰਦੇ ਸੀ। ਗ੍ਰੈਂਡਫਾਦਰ ਨੇ ਰਿਪਲਾਈ ਕੀਤਾ ਵਾਕਿੰਗ ਔਨ ਦੀ ਰੋਪ, ਉਹ ਰੱਸੀ ਦੇ ਉੱਤੇ ਤੁਰਦੇ ਸੀ। ਵਾਕਿੰਗ ਮੀਨਸ ਤੁਰਨਾ, ਰੋਪ ਮੀਨਸ ਰੱਸੀ। ਲੌਂਗ ਜੰਪ ਲਗਾਉਂਦੇ ਸੀ, ਹਾਈ ਜੰਪ, ਮੇਕਿੰਗ ਹਿਊਮਨ ਟਾਵਰਸ, ਜੰਪਿੰਗ ਥਰੋ ਆ 5 ਫਲੇਮਸ, ਅੱਗ ਦੇ ਵਿੱਚੋਂ ਲੰਘਦੇ ਸੀ। ਜੰਪਿੰਗ ਥਰੋ ਦੀ ਆਇਰਨ ਰਿੰਗ, ਇੱਕ ਜੋ ਲੋਹੇ ਦੀ ਅੰਗੂਠੀ ਹੁੰਦੀ ਆ, ਵੱਡੀ ਅੰਗੂਠੀ ਤਰ੍ਹਾਂ ਲਾਈਕ ਅੰਗੂਠੀ ਤਰ੍ਹਾਂ ਹੁੰਦੀ ਹੈ, ਰਿੰਗ ਦੀ ਤਰ੍ਹਾਂ ਹੁੰਦੀ ਹੈ, ਉਹਦੇ ਵਿੱਚੋਂ ਲੰਘਦੇ ਸੀ। ਮੈਨੀ ਮੋਰ ਸਕਿੱਲਸ, ਅਤੇ ਹੋਰ ਵੀ ਬਹੁਤ ਸਾਰੀਆਂ ਸਕਿੱਲਸ ਦਿਖਾਉਂਦੇ ਸੀ। ਇਨ ਰਿਟਰਨ ਵਿਲੇਜ ਵੁੱਡ ਗਿਵ ਦੈਮ ਆ ਮਨੀ, ਕਲੋਥ, ਗ੍ਰੇਨਸ ਐਟਸੈਕਟਰਾ। ਅਤੇ ਐਂਡ ਦੇ ਵਿੱਚ ਜੋ ਪਿੰਡ ਦੇ ਲੋਕ ਸੀ ਉਹਨਾਂ ਨੂੰ ਕੀ ਕੁਛ ਦਿੰਦੇ ਸੀ, ਮਨੀ ਦਿੰਦੇ ਸੀ, ਪੈਸਾ ਦਿੰਦੇ ਸੀ, ਕੱਪੜੇ ਦਿੰਦੇ ਸੀ, ਗ੍ਰੇਨਸ ਅਤੇ ਅਨਾਜ ਦਿੰਦੇ ਸੀ। ਇਸ ਤੋਂ ਇਲਾਵਾ ਐਟਸੈਕਟਰਾ ਬਹੁਤ ਕੁਝ ਦਿੰਦੇ ਸੀ। ਦੇ ਸੁਨੀਲ ਨੇ ਕਿਹਾ ਐਵੈਂਟਸ ਆਫ ਅ ਲੌਂਗ ਐਂਡ ਹਾਈ ਜੰਪ ਟੇਕ ਪਲੇਸ ਇਨ ਆਵਰ ਆਲਸੋ ਸਕੂਲ। ਸੰਦੀਪ ਕਹਿੰਦਾ ਇਹ ਸਭ ਕੁਝ ਮੈਨੂੰ ਦਾਦਾ ਜੀ ਅਸੀਂ ਆਪਦੇ ਸਕੂਲ ਦੇ ਵਿੱਚ ਸੀਨ ਆਊਟ ਕਰਦੇ ਹਾਂ, ਇਹ ਕੁਝ ਸਾਡੇ ਸਕੂਲ ਦੇ ਵਿੱਚ ਹੁੰਦਾ। ਗ੍ਰੈਂਡਫਾਦਰ ਕਹਿੰਦੇ ਸਪੋਰਟਸ ਕੰਪੀਟੀਸ਼ਨ ਫॉर ਸੱਚ ਗੇਮਸ ਆਫ ਓਲਡ ਟਾਈਮਸ ਦੇਰ ਆਰ ਆਰਗਨਾਈਜ਼ਡ ਇਨ ਅ ਫਿਊ ਸਪੋਰਟਸ ਫੇਅਰਸ ਨਾਓ ਐਡੀਜ਼। ਦਾਦਾ ਜੀ ਕਹਿੰਦੇ ਜੋ ਅੱਜ ਦਾ ਸਮਾਂ ਹੈ, ਜੋ ਬਾਜ਼ੀਆਂ ਦਾ ਸਮਾਂ ਸੀ ਉਹ ਚਲਾ ਗਿਆ, ਉਹਦੀ ਜਗ੍ਹਾ ਸਪੋਰਟਸ ਨੇ ਇਹਨਾਂ ਚੀਜ਼ਾਂ ਨੂੰ ਲੈ ਲਿਆ। ਪੁਰਾਤਨ ਸਮੇਂ ਦੇ ਵਿੱਚ ਵੀ ਸਪੋਰਟਸ ਸੀ ਪਰ ਹੁਣ ਦੀ ਸਪੋਰਟਸ ਹੈ ਜਿਹੜਾ ਉਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਦੇਖਣ ਨੂੰ ਮਿਲਦੀ ਹੈ। ਵਨ ਸੱਚ ਸਪੋਰਟਸ ਫੇਅਰ ਆਰ ਆਰਗਨਾਈਜ਼ਡ ਐਵਰੀ ਈਅਰ ਇਨ ਕਿਲ੍ਹਾ ਰਾਏਪੁਰ। ਉਹ ਕਹਿੰਦੇ ਹਰ ਸਾਲ ਇੱਕ ਕਿਲ੍ਹਾ ਰਾਏਪੁਰ ਦੀ ਦਾਦਾ ਜੀ ਕਹਿੰਦੇ ਕਿਲ੍ਹਾ ਰਾਏਪੁਰ ਦੇ ਵਿੱਚ ਹਰ ਸਾਲ ਇੱਕ ਖੇਡ ਮੇਲਾ ਲੱਗਦਾ ਸੀ।
ਵਿਚ ਸਟਾਰਟਡ 15 km। ਉਹ ਕਹਿੰਦੇ ਜੋ ਇਹ ਵਾਲਾ ਪਿੰਡ ਸੀ ਕਿਲ੍ਹਾ ਰਾਏਪੁਰ ਸੀ ਉਹ ਸਾਡੇ ਤੋਂ 15 ਕਿਲੋਮੀਟਰ ਅਵੇ ਫਰੋਮ ਲੁਧਿਆਣਾ ਤੋਂ 15 ਕਿਲੋਮੀਟਰ ਦੂਰ ਸੀ। These games are also known as the Village Olympics। ਇਹਨਾਂ ਗੇਮਸ ਨੂੰ ਓਲੰਪਿਕਸ ਕਿਹਾ ਜਾਂਦਾ ਸੀ, ਓਲੰਪਿਕ ਖੇਡਾਂ ਕਿਹਾ ਜਾਂਦਾ ਸੀ। This 3 days village Olympic fair started in 1993। ਕਹਿੰਦਾ ਪਿੰਡਾਂ ਦੇ ਵਿੱਚ ਜੋ ਓਲੰਪਿਕ ਫੇਅਰ ਸਟਾਰਟ ਹੋਏ ਸੀ, ਕਦੋਂ ਹੋਈ ਸੀ ਜੀ? ਫਸਟ ਟਾਈਮ 1993 1993 ਦੇ ਵਿੱਚ ਹੋਈ ਸੀਗੀ ਸਟਾਰਟ। ਇਟ ਇਜ਼ ਆਰਗੇਨਾਈਜ਼ਡ ਐਵਰੀ ਈਅਰ ਇਨ ਦੀ ਮੰਥ ਆਫ ਦੀ ਫੈਬਰੀ। ਉਹ ਕਹਿੰਦੇ ਇਹਨੂੰ ਹਰ ਸਾਲ ਫੈਬਰੀ ਮੰਥ ਦੇ ਵਿੱਚ ਕੀ ਕੀਤਾ ਜਾਂਦਾ ਸੀ ਜੀ? ਆਰਗੇਨਾਈਜ਼ ਕੀਤਾ ਜਾਂਦਾ ਸੀ, ਸਥਾਪਿਤ ਕੀਤਾ ਜਾਂਦਾ ਸੀ। ਓਲੰਪਿਕ ਗੇਮਸ ਕਰਵਾਈਆਂ ਜਾਂਦੀਆਂ ਸੀ ਕਦੋਂ ਜੀ? ਫਰਵਰੀ ਦੇ ਵਿੱਚ, ਐਵਰੀ ਈਅਰ, ਹਰ ਸਾਲ। ਗੇਮਸ ਰਿਪਰੈਜ਼ੈਂਟ ਹਿਊਮਨ ਮਿਊਜ਼ੀਕਲ ਪਾਵਰ। ਜੋ ਗੇਮਸ ਆ ਉਹ ਹਿਊਮਨ ਮਿਊਜ਼ੀਕਲ ਪਾਵਰ ਨੂੰ ਕੀ ਕਰਦੀਆਂ ਜੀ? ਰਿਪਰੈਜ਼ੈਂਟ ਕਰਦੀਆਂ। ਵੈਲ ਪਾਵਰ ਐਂਡ ਸਟਰੈਂਥ ਆਰ ਪਲੇਇੰਗ ਹੇਅਰ। ਐਗਜ਼ਾਮਪਲ ਕਬੱਡੀ, ਰੈਸਲਿੰਗ, ਟਗ ਆਫ ਦੀ ਵਾਰ, ਪੁਲਿੰਗ ਆਫ ਅ ਟਰੱਕ, ਟਰੈਕਟਰ ਵਿਦ ਟੀਥ। ਉਹ ਕਹਿੰਦੇ ਜੋ ਗੇਮਸ ਆ ਉਹ ਹਿਊਮਨ ਪਾਵਰ ਨੂੰ ਇਨਕਰੀਜ਼ ਕਰਦੀਆਂ, ਉਹਦੇ ਨਾਲ ਹਿਊਮਨ ਪਾਵਰ ਆ ਜਿਹੜੀ ਉਹ ਵੱਧਦੀ ਹੈ। ਜਿਵੇਂ ਕਿ ਐਗਜ਼ਾਮਪਲ ਕਬੱਡੀ ਨਾਲ ਹਿਊਮਨ ਪਾਵਰ ਵੱਧਦੀ ਹੈ ਜੀ, ਰੈਸਲਿੰਗ ਦੇ ਨਾਲ ਵੱਧਦੀ ਜੀ, ਟਗ ਆਫ ਵਾਰ ਦੇ ਨਾਲ ਵੀ ਵੱਧਦੀ ਜੀ, ਪੁਲਿੰਗ ਅ ਟਰੱਕ ਔਰ ਟਰੈਕਟਰ ਵਿਦ ਤੀਰ, ਦੰਦਾਂ ਦੇ ਨਾਲ ਟਰੱਕ ਜਾਂ ਫਿਰ ਟਰੈਕਟਰ ਇੱਦਾਂ ਚੀਜ਼ ਨੂੰ ਖਿੱਚਣਾ ਜਾਂ ਫਿਰ ਧੱਕਣਾ। ਪੁਸ਼ ਹੁੰਦਾ ਜੀ ਧੱਕਣਾ, ਪੁਲਿੰਗ ਹੁੰਦਾ ਜੀ ਖਿੱਚਣ। ਇੱਦਾਂ ਦੀਆਂ ਜੋ ਗੇਮ ਸੀ ਉਹ ਪੁਰਾਤਨ ਸਮੇਂ ਦੇ ਵਿੱਚ ਕਰਾਈਆਂ ਸੀ। ਟਰੈਕਟਰ ਜਾਂ ਅਸੀਂ ਜੋ ਟਰੱਕ ਉਹਨੂੰ ਦੰਦਾਂ ਦੇ ਨਾਲ ਇੱਕ ਰੂਪ ਦੇ ਥਰੂ ਖਿੱਚਦੇ ਸੀ। ਦੀਸ ਗੇਮ ਆਲਸੋ ਇਨਕਲੂਡ ਸਮ ਇਵੈਂਟਸ ਲਾਈਕ ਆ ਕੈਮਲ ਰੇਸ, ਬੁਕਲੌਕ, ਕੈਰਟ ਰੇਸ, ਡੌਗ ਰੇਸ, ਹਾਰਸ ਰੇਸ, ਡਾਂਸ ਐਟਸੈਕਟਰਾ। ਇਸ ਤੋਂ ਇਲਾਵਾ ਕਹਿੰਦਾ ਉਹਦੇ ਵਿੱਚ ਇਹ ਵੀ ਚੀਜ਼ਾਂ ਇਨਕਲੂਡ ਕੀਤੀਆਂ ਜਾਂਦੀਆਂ ਸੀ, ਸ਼ਾਮਿਲ ਕੀਤੀਆਂ ਜਾਂਦੀਆਂ ਸੀ, ਜਿਵੇਂ ਕਿ ਕਹਿੰਦੇ ਊਠਾਂ ਦੀ ਦੌੜ ਕਰਵਾਈ ਜਾਂਦੀ ਸੀ, ਬੁਕਲੌਕ ਕੈਰਟ ਰੇਸ ਇਹਨਾਂ ਦੀ ਕਰਵਾਈ ਜਾਂਦੀ ਸੀ, ਡੌਗ ਦੀ ਕਰਵਾਈ ਜਾਂਦੀ ਸੀ, ਹਾਰਸ ਦੀ ਕਰਾਈ ਜਾਂਦੀ ਸੀ, ਡਾਂਸ ਐਟਸੈਕਟਰਾ, ਹਾਰਸ ਡਾਂਸ ਕਰਵਾਏ ਜਾਂਦੇ ਸੀ। ਇਹ ਵਾਲੇ ਪਸ਼ੂਆਂ ਦੀ ਖੇਡਾਂ ਵੀ ਉਹ ਸਾਡੀਆਂ ਖੇਡਾਂ ਦੇ ਵਿੱਚ ਸ਼ਾਮਲ ਸੀ। ਓਕੇ ਸਟੂਡੈਂਟ, ਲੈਟਸ ਸਟਾਰਟ ਐਕਸਰਸਾਈਜ਼ ਆਫ ਦਿਸ ਲੈਸਨ। ਟਿਕ ਦੀ ਕਰੈਕਟ ਵਨ। ਕੰਟਰੋਲਿੰਗ ਆਫ ਬਰੀਥ ਇਨ ਅ ਯੋਗਾ ਇਜ਼। ਕਹਿੰਦੇ ਜੇ ਅਸੀਂ ਬਰੀਥ ਦੇ ਉੱਤੇ ਕੰਟਰੋਲ ਕਰਨਾ, ਆਪਣੇ ਸਾਹ ਦੇ ਉੱਤੇ ਕੰਟਰੋਲ ਕਰਨਾ, ਤਾਂ ਸਾਨੂੰ ਕੀ ਕਰਨਾ ਚਾਹੀਦਾ ਜੀ? ਰਾਈਟ ਆਪਸ਼ਨ ਇਜ਼ ਪ੍ਰਾਣਾਯਾਮ। ਕੀ ਕਰਨਾ ਚਾਹੀਦਾ ਜੀ? ਪ੍ਰਾਣਾਯਾਮ। ਸੈਕਿੰਡ ਇਜ਼ ਵਿਚ ਵਿਲੇਜ ਆਫ ਦੀ ਪੰਜਾਬ ਇਜ਼ ਫੇਮਸ ਫਾਰ ਇਟ ਸਪੋਰਟਸ ਫੇਅਰ। ਕਹਿੰਦਾ ਪੰਜਾਬ ਵਿੱਚ ਕਿਹੜਾ ਸ਼ਹਿਰ ਆ ਜੋ ਖੇਡਾਂ ਦੇ ਲਈ ਬਹੁਤ ਜ਼ਿਆਦਾ ਮਸ਼ਹੂਰ ਆ ਜੀ? ਕਿਲ੍ਹਾ ਰਾਏਪੁਰ। ਸੈਕਿੰਡ ਦਾ ਸਹੀ ਆਨਸਰ ਜੀ ਕਿਲ੍ਹਾ ਰਾਏਪੁਰ। ਥਰਡ ਵਨ ਇਜ਼ ਵਿਚ ਟ੍ਰਿਕਸ ਮੈਚ ਆ ਐਕਰੋਬੈਟਿਕ ਸਕਿੱਲਸ। ਕਹਿੰਦੇ ਕਿਹੜਾ ਮੈਚ ਦੀ ਕਿਹੜੀ ਸਕਿੱਲ ਸੀ ਜਿਹਦੇ ਨਾਲ, ਕਿਹੜੀ ਟ੍ਰਿਕ ਸੀ ਜਿਹਦੇ ਨਾਲ ਮੈਚ ਨੂੰ ਕੀ ਕੀਤਾ ਜਾਂਦਾ ਸੀ? ਐਕਰੋਬੈਟਿਕ ਸਕਿੱਲ ਕੀਤਾ ਜਾਂਦਾ ਸੀ। ਕਿਹੜੀ ਟ੍ਰਿਕ ਆ ਜੀ ਉਹ? ਜਿਮਨੈਸਟਿਕਸ। ਰਾਈਟ ਆਨਸਰ ਇਜ਼ ਜਿਮਨੈਸਟਿਕਸ। ਕੁਐਸਚਨ ਨੰਬਰ ਫਸਟ, ਹਾਊ ਡਿਡ ਦੀ ਪੀਪਲ ਸਪੈਂਡ ਦੇਅਰ ਫ੍ਰੀ ਟਾਈਮ ਇਨ ਓਲਡ ਟਾਈਮਸ। ਪੁਰਾਤਨ ਸਮੇਂ ਦੇ ਵਿੱਚ ਜੋ ਲੋਕ ਸੀ ਉਹ ਆਪਣਾ ਫ੍ਰੀ ਟਾਈਮ ਕਿੱਦਾਂ ਸਪੈਂਡ ਕਰਦੇ ਸੀ? ਆਨਸਰ ਇਜ਼ ਦੇ ਲਵਡ ਰੈਸਲਿੰਗ। ਉਹ ਰੈਸਲਿੰਗ ਨੂੰ ਲਵ ਕਰਦੇ ਸੀ। ਦੇ ਸਪੈਂਡ ਦੇਅਰ ਟਾਈਮ ਕੁਸ਼ਤੀ, ਅਖਾੜਾ ਐਂਡ ਸਿੰਗ ਬਾਜ਼ੀ ਇਨ ਦ ਵਿਲੇਜ। ਉਹ ਆਪਣਾ ਜ਼ਿਆਦਾਤਰ ਸਮਾਂ ਦੇ ਸਪੈਂਡ ਦਾ ਬਤੀਤ ਕਰਨਾ ਕਾਹਦੇ ਵਿੱਚ ਬਤੀਤ ਕਰਦੇ ਸੀ ਜੀ? ਕੁਸ਼ਤੀ ਦੇ ਵਿੱਚ, ਅਖਾੜਾ ਦੇ ਵਿੱਚ, ਐਂਡ ਸਿੰਗ ਬਾਜ਼ੀ ਇਨ ਦੀ ਵਿਲੇਜ, ਅਤੇ ਪਿੰਡ ਦੇ ਵਿੱਚ ਕੀ ਕਰਦੇ ਸੀ ਜੀ? ਬਾਜ਼ੀਆਂ ਦੇਖਦੇ ਸੀ। ਇਹਨਾਂ ਚੀਜ਼ਾਂ ਦੇ ਨਾਲ ਆਪਣਾ ਟਾਈਮ ਸਪੈਂਡ ਕਰਦੇ ਸੀ। ਸੈਕਿੰਡ ਕੁਐਸਚਨ ਇਜ਼ ਵਟ ਕੈਨ ਬੀ ਡਨ ਇਨ ਅ ਫ੍ਰੀ ਟਾਈਮ। ਫ੍ਰੀ ਟਾਈਮ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ? ਮਤਲਬ ਕਿ ਮੀਨਜ਼ ਅਸੀਂ ਕੀ ਕਰ ਸਕਦੇ ਹਾਂ ਫ੍ਰੀ ਟਾਈਮ ਦੇ ਵਿੱਚ? ਕੀ ਕਰ ਸਕਦੇ ਹਾਂ, ਸੌਰੀ। ਆਨਸਰ ਇਜ਼ ਵੀ ਕੈਨ ਡੂ ਪਲੇਇੰਗ। ਅਸੀਂ ਖੇਡ ਸਕਦੇ ਹਾਂ। ਗੇਮਸ, ਪੇਂਟਿੰਗ, ਕੁਕਿੰਗ, ਸਟੋਰੀ ਰੀਡਿੰਗ, ਰਾਈਟਿੰਗ ਐਟਸੈਕਟਰਾ। ਅਸੀਂ ਕਹਿੰਦੇ ਗੇਮਸ ਪੜ੍ਹ ਸਕਦੇ ਹਾਂ, ਕੁਕਿੰਗ ਕਰ ਸਕਦੇ ਹਾਂ, ਸਟੋਰੀ ਪੜ੍ਹ ਸਕਦੇ ਹਾਂ, ਲਿਖ ਸਕਦੇ ਹਾਂ, ਐਟਸੈਕਟਰਾ। ਅਸੀਂ ਇੱਦਾਂ ਦਾ ਕੰਮ ਫ੍ਰੀ ਟਾਈਮ ਦੇ ਵਿੱਚ ਕਰ ਸਕਦੇ ਹਾਂ। ਲਾਸਟ ਕੁਐਸਚਨ ਇਜ਼ ਵਿਚ ਹੈਬਿਟ ਹੈਲਪ ਆਫ ਦੀ ਚੂਜ਼ ਅ ਪ੍ਰੋਫੈਸ਼ਨ ਇਨ ਅ ਫਿਊਚਰ। ਕਿਹੜੀ ਆਦਤ ਹੈ ਜੋ ਸਾਨੂੰ ਫਿਊਚਰ ਦੇ ਵਿੱਚ ਪ੍ਰੋਫੈਸ਼ਨ ਚੂਜ਼ ਕਰਨ ਦੇ ਲਈ ਸਾਡੀ ਹੈਲਪ ਕਰਦੀ ਹੈ? ਆਨਸਰ ਇਜ਼ ਸਪੋਰਟਸ, ਪੇਂਟਿੰਗ, ਕੁਕਿੰਗ, ਰੀਡਿੰਗ, ਰਾਈਟਿੰਗ ਐਟਸੈਕਟਰਾ। ਕਹਿੰਦੇ ਖੇਡਾਂ, ਪੇਂਟਿੰਗ ਕਰਨਾ, ਭੋਜਨ ਪਕਾਉਣਾ, ਪੜ੍ਹਨਾ, ਲਿਖਣਾ, ਇੱਦਾਂ ਦੀਆਂ ਚੀਜ਼ਾਂ ਜੋ ਸਾਨੂੰ ਕੀ ਕਰਦੀਆਂ ਫਿਊਚਰ ਦੇ ਵਿੱਚ ਪ੍ਰੋਫੈਸ਼ਨ ਕ੍ਰੀਏਟ ਕਰਨ ਦੇ ਵਿੱਚ ਹੈਲਪ ਕਰਦੀਆਂ। ਆ ਸਮ ਆਫ ਦੀ ਹੌਬੀਜ਼ ਵਿਚ ਕੈਨ ਹੈਲਪ ਅਸ ਟੂ ਨੋ ਚੂਜ਼ ਆਵਰ ਪ੍ਰੋਫੈਸ਼ਨ। ਇਹਨਾਂ ਦੇ ਰਾਹੀਂ ਅਸੀਂ ਆਪਣਾ ਪ੍ਰੋਫੈਸ਼ਨ ਉਹ ਚੂਜ਼ ਕਰ ਸਕਦੇ ਹਾਂ। ਓਕੇ ਸਟੂਡੈਂਟ, ਲੈਸਨ ਨੰਬਰ 5 ਇਜ਼ ਹਾਫ ਕੰਪਲੀਟ ਵਿਦ ਆ ਬੈਕ ਐਕਸਰਸਾਈਜ਼। ਹਾਫ ਜੋ ਲੈਸਨ ਐਂਡ ਬੈਕ ਐਕਸਰਸਾਈਜ਼ ਆ ਉਹ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਸਟੂਡੈਂਟ ਤੁਸੀਂ ਇਹ ਵਾਲੀ ਐਕਸਰਸਾਈਜ਼ ਨੂੰ ਧਿਆਨ ਨਾਲ ਰੀਡ ਆਊਟ ਕਰਨਾ। ਕੁਐਸਚਨ ਆਨਸਰ ਨੂੰ ਤੁਸੀਂ ਸਾਫ ਹੈਂਡ ਰਾਈਟਿੰਗ ਦੇ ਉੱਤੇ ਨੋਟਬੁੱਕ ਦੇ ਉੱਤੇ ਰਾਈਟ ਕਰਨੇ ਆ, ਪਲੱਸ ਲਰਨ ਕਰਨੇ ਆ। ਥੈਂਕ ਯੂ, ਹੈਵ ਅ ਨਾਈਸ ਡੇ, ਸਟੇ ਹੋਮ, ਸੇਫ ਲਾਈਫ।